ਹੈਲੋ ਸਟੂਡੈਂਟਸ, ਵੈਲਕਮ ਟੂ ਦਾ ਪੋਲੀਟੀਕਲ ਕਨਸੈਪਟ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਾਕਟਰ ਭੀਮ ਰਾਓ ਅੰਬੇਡਕਰ ਦੀ ਜੀਵਨੀ ਅਤੇ ਉਹਨਾਂ ਦੇ ਸੰਘਰਸ਼ਮਈ ਸਫ਼ਰ ਬਾਰੇ ਜਾਣਾਂਗੇ ਕਿ ਕਿਵੇਂ ਉਹ ਮਾੜੇ ਹਾਲਾਤਾਂ ਵਿੱਚੋਂ ਨਿਕਲ ਕੇ ਇੱਕ ਸੰਵਿਧਾਨ ਨਿਰਮਾਤਾ ਬਣੇ, ਕਿਹੜੀਆਂ ਔਂਕੜਾਂ ਤੇ ਕਠਿਨਾਈਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਤੇ ਫਿਰ ਵੀ ਉਹਨਾਂ ਦੇ ਹੌਸਲੇ ਬੁਲੰਦ ਰਹੇ। ਜੇ ਦੇਖਿਆ ਜਾਵੇ ਤਾਂ ਉਹਨਾਂ ਦੇ ਸੰਘਰਸ਼ ਨੂੰ ਤੇ ਉਹਨਾਂ ਦੀ ਇੰਟਰਸਟਿੰਗ ਪਰਸਨੈਲਿਟੀ ਨੂੰ ਇੱਕ ਵੀਡੀਓ 'ਚ ਤਾਂ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਅਸੀਂ ਵੱਧ ਤੋਂ ਵੱਧ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੀ ਮਹਾਨਤਾ ਬਾਰੇ ਪੁਆਇੰਟਸ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਟਾਰਟ ਕਰਦੇ ਹਾਂ। 19ਵੀਂ ਅਤੇ 20ਵੀਂ ਸਦੀ ਦੇ ਵਿੱਚ ਲੋਅਰ ਕਾਸਟ ਔਰ ਬੈਕਵਰਡ ਕਲਾਸ ਦੇ ਹਾਲਾਤ ਬਹੁਤ ਮਾੜੇ ਸਨ। ਉਹਨਾਂ ਲਈ ਰਾਈਟ ਟੂ ਲਾਈਫ ਦੇ ਕੋਈ ਮਾਇਨੇ ਹੀ ਨਹੀਂ ਸਨ। ਆਮ ਖੂਹਾਂ ਤੋਂ ਪਾਣੀ ਪੀਣ ਅਤੇ ਭਰਨ ਦੀ ਮਨਾਹੀ ਸੀ। ਪਰਮਾਤਮਾ ਦਾ ਨਾਮ ਲੈਣਾ ਵੀ ਗੁਨਾਹ। ਲੋਅਰ ਕਾਸਟ ਦੇ ਬੱਚਿਆਂ ਦੀ ਸਕੂਲਾਂ ਵਿੱਚ ਵੀ ਨੋ ਐਂਟਰੀ। ਇੱਕ ਬੈਕਵਰਡ ਕਲਾਸ 'ਚ ਜੰਮਣ 'ਤੇ ਹੀ ਕਲੀਅਰ ਕਰ ਦਿੱਤਾ ਜਾਂਦਾ ਸੀ ਕਿ ਇਸ ਲਈ ਕੋਈ ਐਜੂਕੇਸ਼ਨਲ ਰਾਈਟ ਬਣਿਆ ਹੀ ਨਹੀਂ ਹੈ, ਭਾਵੇਂ ਉਸ 'ਚ ਜਿੰਨੀ ਮਰਜ਼ੀ ਕੈਪੇਬਿਲਿਟੀ ਟੈਲੈਂਟ ਹੋਵੇ, ਜਿੰਨਾ ਮਰਜ਼ੀ ਹੌਸਲਾ ਹੋਵੇ ਕੁਝ ਕਰ ਦਿਖਾਉਣ ਦਾ, ਪਰ ਪੜ੍ਹਨ ਦਾ ਹੱਕ ਸਿਰਫ ਅੱਪਰ ਕਲਾਸ ਮਤਲਬ ਕਿ ਬ੍ਰਾਹਮਣ ਕਾਸਟ ਦੇ ਬੱਚਿਆਂ ਨੂੰ ਹੀ ਮਿਲੇਗਾ। ਤੇ ਲੋਅਰ ਕਾਸਟ ਦੇ ਲੋਕਾਂ ਨੂੰ ਅਨਟੱਚੇਬਲਸ ਕਿਹਾ ਜਾਂਦਾ ਸੀ, ਮਤਲਬ ਕਿ ਅਛੂਤ। ਬ੍ਰਾਹਮਣ ਆਰਥੋਡਾਕਸ ਹਿੰਦੂ ਸੁਸਾਇਟੀ ਉਹਨਾਂ ਨੂੰ ਐਜ਼ ਅ ਅਨਟੱਚੇਬਲ ਕੰਸੀਡਰ ਕਰਦੀ ਸੀ। ਇਹਨਾਂ ਦਾ ਛੂਹਣਾ, ਟੱਚ ਕਰਨਾ ਹਿੰਦੂ ਕਾਸਟ ਨੂੰ ਪਲਿਊਟ ਕਰਨਾ ਮੰਨਿਆ ਜਾਂਦਾ ਸੀ ਤੇ ਮੰਦਿਰਾਂ 'ਚ ਵੀ ਜਾਣ ਦੀ ਇਹਨਾਂ ਦੀ ਮਨਾਹੀ ਸੀ। ਸੋ ਇਸ ਤਰ੍ਹਾਂ ਦੇ ਈਰਾ ਤੇ ਹਾਲਾਤਾਂ ਦੇ ਵਿੱਚ ਮਹਾਰਾਸ਼ਟਰ 'ਚ ਇੱਕ ਮਾਹਰ ਕਾਸਟ ਜੋ ਕਿ ਇੱਕ ਲੋਅਰ ਕਾਸਟ ਹੈ, ਉਸ ਦੇ ਵਿੱਚ ਬਰਥ ਹੋਇਆ ਬਾਬਾ ਸਾਹਿਬ ਅੰਬੇਡਕਰ ਜੀ ਦਾ 14 ਅਪ੍ਰੈਲ 1891 ਦੇ ਵਿੱਚ। ਜਨਮ ਤੋਂ ਹੀ ਬਾਬਾ ਸਾਹਿਬ ਜੀ ਨੂੰ ਵੀ ਇਹੋ ਜਿਹਾ ਸਲੂਕ ਹੀ ਸਹਿਣਾ ਪਿਆ ਬਾਕੀਆਂ ਦੇ ਵਾਂਗ, ਪਰ ਉਹਨਾਂ ਵਿੱਚ ਕੁਝ ਕਰ ਦਿਖਾਉਣ ਦੀ ਸ਼ਮਤਾ ਸੀ ਤੇ ਉਹਨਾਂ ਨੇ ਉਹ ਸਭ ਕੁਝ ਕੀਤਾ ਜਿਸ ਨਾਲ ਅਨਟੱਚੇਬਲਸ ਦੀ ਸਥਿਤੀ ਦੇ ਵਿੱਚ ਸੁਧਾਰ ਕੀਤਾ ਜਾ ਸਕੇ। ਆਓ ਹੁਣ ਸਭ ਤੋਂ ਪਹਿਲਾਂ ਦੇਖਦੇ ਹਾਂ ਉਹਨਾਂ ਦੇ ਜੀਵਨ, ਕੁਆਲੀਫਿਕੇਸ਼ਨਸ ਤੇ ਉਪਲਬਧੀਆਂ ਬਾਰੇ। ਸੋ ਡਾਕਟਰ BR ਅੰਬੇਡਕਰ ਇੱਕ ਆਧੁਨਿਕ ਰਾਜਨੀਤਿਕ ਵਿਚਾਰਕ ਸਨ। ਓਪਰੈਸਡ ਕਲਾਸ ਦੇ ਲਈ ਮਸੀਹਾ ਬਣ ਕੇ ਆਏ। ਭਾਰਤੀ ਸੰਵਿਧਾਨ 1950 ਦੇ ਚੀਫ ਆਰਕੀਟੈਕਟ ਬਣੇ। ਇੱਕ ਮਹਾਨ ਸਿੱਖਿਆ ਸ਼ਾਸਤਰੀ ਜਿਹਨੂੰ ਆਪਾਂ ਐਜੂਕੇਸ਼ਨਲਿਸਟ ਵੀ ਕਹਿੰਦੇ ਹਾਂ, ਉਹ ਵੀ ਬਣੇ। ਇੱਕ ਪਾਰਲੀਮੈਂਟਰੀਅਨ ਅਤੇ ਇੱਕ ਸਟੇਟਸਮੈਨ ਰਹੇ। ਅਨਟੱਚੇਬਲ ਇੱਕ ਅਛੂਤ ਹੋਣ ਕਰਕੇ ਹਿੰਦੂਜ਼ ਦੇ ਦੁਆਰਾ ਸਕੂਲ ਦੇ ਦਿਨਾਂ ਦੇ ਦੌਰਾਨ ਉਹਨਾਂ ਨਾਲ ਕੀਤੀ ਗਈ ਹਿਊਮਿਲੇਸ਼ਨ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਆਪਣੀ ਮਜ਼ਬੂਤ ਇੱਛਾ ਤੇ ਐਕਸਟਰਾ ਆਰਡੀਨਰੀ ਟੈਲੈਂਟ ਕਰਕੇ ਅੰਬੇਡਕਰ ਜੀ ਨੇ PhD ਦੀ ਡਿਗਰੀ ਹਾਸਿਲ ਕੀਤੀ ਤੇ ਇਸ ਦੇ ਲਈ ਸਕਾਲਰਸ਼ਿਪ ਦਿੱਤੀ ਸੀ ਉਹਨਾਂ ਨੂੰ ਮਹਾਰਾਜਾ ਬਰੋਦਾ ਨੇ। ਇਹ ਉਹਨਾਂ ਨੇ ਡਿਗਰੀ ਕੋਲੰਬੀਆ ਯੂਨੀਵਰਸਿਟੀ ਇਨ ਨਿਊਯਾਰਕ ਤੋਂ ਕੀਤੀ। ਫਿਰ DSc ਦੀ ਡਿਗਰੀ ਕੀਤੀ ਫਰੋਮ ਲੰਡਨ ਸਕੂਲ ਆਫ ਇਕਨੋਮਿਕਸ। ਲਾਅ ਤੇ ਇਕਨੋਮਿਕਸ ਦੀ ਵੀ ਪੜ੍ਹਾਈ ਕੀਤੀ। ਡਾਕਟਰ ਅੰਬੇਡਕਰ ਨੇ ਆਪਣੀ ਸਾਰੀ ਜ਼ਿੰਦਗੀ ਓਪਰੈਸਡ ਕਲਾਸ ਲਈ ਲੜਨ ਤੇ ਉਹਨਾਂ ਨੂੰ ਸੋਸ਼ਲ ਜਸਟਿਸ ਦਿਵਾਉਣ ਲਈ ਸਪੈਂਡ ਕਰ ਦਿੱਤੀ ਤੇ ਬਾਬਾ ਸਾਹਿਬ ਨੇ ਅਛੂਤ ਕਮਿਊਨਿਟੀ ਨੂੰ ਇਕੱਠੇ ਹੋਣ ਲਈ ਪ੍ਰੇਰਿਤ ਵੀ ਕੀਤਾ ਤੇ ਫਿਰ ਉਹਨਾਂ ਨੂੰ ਆਰਗੇਨਾਈਜ਼ ਕਰਕੇ ਆਪਣੇ ਵੱਖਰੇ ਨਿਊਜ਼ਪੇਪਰ ਵਗੈਰਾ ਵੀ ਲਾਂਚ ਕੀਤੇ, ਜਿਵੇਂ ਕਿ ਮੂਕ ਨਾਇਕ, ਬਾਹਿਸ਼ਕ੍ਰਿਤ ਭਾਰਤ ਐਂਡ ਜਨਤਾ। ਪਰ ਇਹਨਾਂ ਸਭ ਦੇ ਨਾਲ ਨਾਲ ਉਹਨਾਂ ਨੇ ਐਜੂਕੇਸ਼ਨ ਦਾ ਪਿੱਛਾ ਨਹੀਂ ਛੱਡਿਆ ਤੇ ਇਸ ਤਰ੍ਹਾਂ ਬਹੁਤ ਸਾਰੇ ਰੈਵੋਲੂਸ਼ਨਰੀ ਥਿੰਕਰਸ ਦਾ ਵੀ ਉਹਨਾਂ ਦੇ ਉੱਤੇ ਪ੍ਰਭਾਵ ਪਿਆ, ਜਿਵੇਂ ਕਿ ਮਹਾਤਮਾ ਬੁੱਧਾ ਐਂਡ ਜੋਤੀ ਰਾਓ ਫੁਲੇ। ਹਿੰਦੂ ਟੈਂਪਲਸ ਦੇ ਵਿੱਚ ਦਲਿਤਾਂ ਦੀ ਐਂਟਰੀ ਲਈ ਵੀ ਸਟਰਗਲ ਕੀਤਾ ਤੇ ਫਿਰ ਬ੍ਰਿਟਿਸ਼ ਰੂਲਰਸ ਦੇ ਨਾਲ ਰਾਊਂਡ ਟੇਬਲ ਕਾਨਫਰੰਸ ਵਿੱਚ ਵੀ ਹਿੱਸਾ ਲਿਆ ਤੇ ਓਪਰੈਸਡ ਕਲਾਸਿਸ ਦੇ ਹਿੱਤਾਂ ਲਈ ਰੱਖਿਆ ਦੀ ਮੰਗ ਕੀਤੀ। ਡਾਕਟਰ ਅੰਬੇਡਕਰ ਨੇ ਬਹੁਤ ਸਾਰੀਆਂ ਰਾਈਟਿੰਗਸ ਵੀ ਲਿਖੀਆਂ, ਜਿਵੇਂ ਕਿ ਹੂ ਵਰ ਸ਼ੂਦਰਾ 1946 ਦੇ ਵਿੱਚ, ਦਾ ਅਨਟੱਚੇਬਲਸ 1948 ਤੇ ਬੁੱਧਾ ਐਂਡ ਹਿਜ਼ ਧੰਮਾ 1937 ਦੇ ਵਿੱਚ। ਤੇ ਮਰਨ ਤੋਂ ਬਾਅਦ ਉਹਨਾਂ ਦੇ ਖਾਤੇ ਦੇ ਵਿੱਚ ਭਾਰਤ ਰਤਨ ਅਵਾਰਡ ਵੀ ਆਇਆ 1990 'ਚ। ਤੇ ਅੱਗੇ ਗੱਲ ਕਰਦੇ ਹਾਂ ਅੰਬੇਡਕਰ ਜੀ ਦਾ ਡੈਮੋਕ੍ਰੇਸੀ ਲਈ ਵਿਸ਼ਵਾਸ। ਸੋ ਅੰਬੇਡਕਰ ਸਟਰੋਂਗਲੀ ਸਪੋਰਟ ਕਰਦੇ ਸੀ ਟਰੂ ਤੇ ਇੱਕ ਸੱਚੇ ਲੋਕਤੰਤਰ ਨੂੰ ਤੇ ਰਾਜਨੀਤਿਕ ਲੋਕਤੰਤਰ ਨੂੰ ਸਮਾਜਿਕ ਨਿਆਂ ਬਿਨਾਂ ਅਧੂਰਾ ਮੰਨਦੇ ਸਨ। ਤੇ ਇੱਕ ਇੰਪੋਰਟੈਂਟ ਫੈਕਟ ਇਹ ਕਿ BR ਅੰਬੇਡਕਰ ਅਛੂਤ ਕਮਿਊਨਿਟੀ ਨੂੰ ਮੈਜੋਰਿਟੀ ਰੂਲ ਦੇ ਵਿੱਚ ਬਿਨਾਂ ਕਿਸੇ ਸੰਵਿਧਾਨਿਕ ਗਰੰਟੀ ਤੋਂ ਨਹੀਂ ਰੱਖਣਾ ਚਾਹੁੰਦੇ ਸਨ, ਤਾਂ ਕਿ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਸ਼ਨ ਮਿਲ ਸਕੇ, ਕਿਉਂਕਿ ਅਛੂਤਾਂ ਨੇ ਆਲਰੇਡੀ ਕੰਟੀਨਿਊਸਲੀ ਬਹੁਤ ਸਫਰ ਕੀਤਾ ਤੇ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਦਾ ਵੀ ਸਾਹਮਣਾ ਕੀਤਾ ਸੀ। ਸੋ ਜੇ ਸੋਸ਼ਲ ਜਸਟਿਸ ਦੀ ਗੱਲ ਕਰੀਏ ਤਾਂ ਬਾਬਾ ਸਾਹਿਬ ਨੇ ਓਬਜ਼ਰਵ ਕੀਤਾ ਕਿ ਹਿੰਦੂ ਕਾਸਟ ਸਿਸਟਮ ਦੇ ਵਿੱਚ ਪ੍ਰੋਡਕਟ ਆਫ ਏਜ ਓਲਡ ਕਾਸਟ ਸਿਸਟਮ ਹੈ, ਜਿਹੜਾ ਕਿ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਸੀ ਬ੍ਰਾਹਮਣ ਕਾਸਟ ਦੇ ਹਿੱਤਾਂ ਦੀ ਪ੍ਰੋਟੈਕਸ਼ਨ ਦੇ ਲਈ।
ਇਸ ਤੋਂ ਬਾਅਦ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ ਮਹਾਤਮਾ ਗਾਂਧੀ ਤੇ ਡਾਕਟਰ BR ਅੰਬੇਡਕਰ ਦੇ ਵਿੱਚ ਵੀ ਆਪਸੀ ਮਤਭੇਦ ਪਾਏ ਗਏ ਕਾਫੀ ਮੁੱਦਿਆਂ ਨੂੰ ਲੈ ਕੇ, ਜਿਵੇਂ ਕਿ MK ਗਾਂਧੀ ਵੀ ਅਨਟੱਚੇਬਿਲਿਟੀ ਨੂੰ ਖਤਮ ਕਰਨਾ ਚਾਹੁੰਦੇ ਸਨ, ਪਰ ਗਾਂਧੀ ਤੇ ਅੰਬੇਡਕਰ ਦੇ ਰਸਤੇ ਤੇ ਤਰੀਕੇ ਵੱਖਰੇ ਸਨ। ਗਾਂਧੀ ਅਨਟੱਚੇਬਲਸ ਲਈ ਸ਼ਬਦ ਯੂਜ਼ ਕਰਦੇ ਸਨ ਹਰੀਜਨ, ਮਤਲਬ ਕਿ ਚਿਲਡਰਨ ਆਫ ਗੋਡ, ਤੇ ਅੰਬੇਡਕਰ ਯੂਜ਼ ਕਰਦੇ ਸਨ ਦਲਿਤ ਜਾਂ ਫਿਰ ਡਿਪਰੈਸਡ ਕਲਾਸ। ਤੇ ਮਹਾਤਮਾ ਗਾਂਧੀ ਪਹਿਲਾਂ ਵਾਂਗ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਇਸ ਭੇਦਭਾਵ ਨੂੰ ਖਤਮ ਕਰਨਾ ਚਾਹੁੰਦੇ ਸਨ, ਪਰ ਡਾਕਟਰ BR ਅੰਬੇਡਕਰ ਇਸ ਲਈ ਰੈਡੀਕਲ ਸੋਲਿਊਸ਼ਨ ਨੂੰ ਐਡਵੋਕੇਟ ਕਰਦੇ ਸਨ ਤੇ ਰੈਡੀਕਲ ਚੇਂਜ ਲਿਆ ਕੇ ਹਿੰਦੂ ਸੁਸਾਇਟੀ ਵਿੱਚ ਕਾਸਟ ਸਿਸਟਮ ਨੂੰ ਅਬੋਲਿਸ਼ ਕਰਨਾ ਚਾਹੁੰਦੇ ਸਨ। ਅੰਬੇਡਕਰ ਰਿਕਮੈਂਡ ਤੇ ਸਪੋਰਟ ਕਰਦੇ ਸਨ ਇੰਟਰਕਾਸਟ ਡਾਈਨਿੰਗ ਨੂੰ ਤੇ ਇੰਟਰਕਾਸਟ ਮੈਰਿਜਸ ਨੂੰ, ਤੇ ਰਿਲੀਜਨ ਲਈ ਸਾਇੰਟੀਫਿਕ ਤੇ ਰੈਸ਼ਨਲ ਐਟੀਟਿਊਡ ਨੂੰ ਪ੍ਰਮੋਟ ਕਰਦੇ ਸਨ। ਤੇ ਡਾਕਟਰ ਅੰਬੇਡਕਰ ਕਹਿੰਦੇ ਨੇ ਕਿ ਅਨਟੱਚੇਬਿਲਿਟੀ ਮਤਲਬ ਕਿ ਅਛੂਤਾਂ ਦੇ ਲਈ ਓਪਰਚੁਨਿਟੀ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੰਦੀ ਹੈ, ਉਹਨਾਂ ਦੀ ਬੈਟਰਮੈਂਟ 'ਚ ਰੋਕ ਲਾ ਦਿੰਦੀ ਹੈ। ਇਹ ਦਲਿਤਸ ਨੂੰ ਅੱਗੇ ਵਧਣ ਅਤੇ ਫਰੀਲੀ ਮੂਵ ਕਰਨ ਤੋਂ ਰੋਕਦੀ ਹੈ। ਤੇ ਅੰਬੇਡਕਰ ਕਾਸਟ ਸਿਸਟਮ ਲਈ ਸਿਰਫ ਹਿੰਦੂ ਕਮਿਊਨਿਟੀ ਦੇ ਹੀ ਨਹੀਂ ਸਗੋਂ ਸਿੱਧਾ ਸਿੱਧਾ ਹਿੰਦੂ ਰਿਲੀਜਨ ਦੇ ਵੀ ਅਗੇਂਸਟ ਸਨ, ਨਾਲ ਨਾਲ ਇਸਲਾਮ ਪਰ ਵੀ ਸਵਾਲ ਖੜੇ ਕੀਤੇ। ਇਸ ਦੇ ਉਲਟ ਮਹਾਤਮਾ ਗਾਂਧੀ ਹਿੰਦੂ ਸਨ, ਉਹਨਾਂ ਦੀਆਂ ਇਹ ਸਟ੍ਰੈਟਜੀਜ਼ ਵੀ ਧਰਮ ਤੋਂ ਹੀ ਆਈਆਂ। ਸੋ ਗਾਂਧੀ ਹਿੰਦੂ ਹੋਣ ਦੇ ਨਾਤੇ ਆਪਣੇ ਧਰਮ ਖਿਲਾਫ ਬੋਲਣ ਵਾਲੇ ਨੂੰ ਸਹੀ ਨਹੀਂ ਮੰਨੇਗਾ। ਤੇ MK ਗਾਂਧੀ 4 ਵਰਨਾਂ ਨੂੰ ਸਹੀ ਠਹਿਰਾਉਂਦੇ ਸਨ, ਪਰ ਅਨਟੱਚੇਬਿਲਿਟੀ ਨੂੰ ਹਿੰਦੂ ਰਿਲੀਜਨ ਦਾ ਹਿੱਸਾ ਨਹੀਂ ਸਨ ਮੰਨਦੇ। ਤੇ 1920 ਦੇ ਵਿੱਚ ਖੁੱਲ੍ਹੇਆਮ ਗਾਂਧੀ ਨੇ ਇਹ ਵੀ ਕਿਹਾ ਕਿ ਮੈਂ ਇੰਟਰ ਡਾਈਨਿੰਗ ਅਤੇ ਇੰਟਰ ਕਾਸਟ ਮੈਰਿਜ ਨੂੰ ਸਪੋਰਟ ਨਹੀਂ ਕਰਦਾ। ਇਸੇ ਲਈ ਜਦੋਂ ਉਹਨਾਂ ਦੇ ਬੜੇ ਬੇਟੇ ਨੇ ਇੱਕ ਮੁਸਲਿਮ ਲੜਕੀ ਨਾਲ ਵਿਆਹ ਕਰਾਉਣਾ ਚਾਹਿਆ ਤਾਂ ਗਾਂਧੀ ਨਹੀਂ ਮੰਨੇ, ਤੇ ਜਦੋਂ ਦੂਜੇ ਬੇਟੇ ਨੇ ਹਿੰਦੂ ਲੜਕੀ ਨਾਲ ਵਿਆਹ ਕਰਵਾਉਣਾ ਚਾਹਿਆ ਤਾਂ ਉਹ ਫਿਰ ਵੀ ਨਹੀਂ ਮੰਨੇ, ਕਿਉਂਕਿ ਉਹ ਸੇਮ ਕਾਸਟ 'ਚੋਂ ਬਿਲੋਂਗ ਨਹੀਂ ਕਰਦੀ ਸੀ। ਪਰ ਬਾਅਦ ਵਿੱਚ ਹੌਲੀ ਹੌਲੀ ਗਾਂਧੀ ਦੀ ਆਈਡੀਓਲੋਜੀ ਚੇਂਜ ਹੁੰਦੀ ਗਈ। ਉਹਨਾਂ ਨੇ ਇੰਟਰ ਡਾਈਨਿੰਗ ਅਤੇ ਇੰਟਰਕਾਸਟ ਮੈਰਿਜ ਨੂੰ ਸਹੀ ਠਹਿਰਾਇਆ, ਤੇ ਫਿਰ ਉਹਨਾਂ 'ਚ ਮਤਭੇਦ ਹੋਏ ਬਾਅਦ ਵਿੱਚ ਸੈਪਰੇਟ ਇਲੈਕਟੋਰੇਟਸ ਨੂੰ ਲੈ ਕੇ। ਇਸ ਦੇ ਵਿੱਚ ਸੀ ਕਿ ਮੁਸਲਿਮ, ਸਿੱਖਾਂ ਤੇ ਈਸਾਈਆਂ ਦੇ ਲਈ ਅਲੱਗ ਇਲੈਕਟੋਰੇਟ ਸੀ, ਜਿਸ ਦੇ ਵਿੱਚ ਇਹਨਾਂ ਕਮਿਊਨਿਟੀ ਦੇ ਲੋਕ ਹੀ ਇਹਨਾਂ ਨੂੰ ਵੋਟਾਂ ਪਾਉਣਗੇ, ਪਰ SC ਕੈਟਾਗਰੀ ਦੇ ਲਈ ਅਲੱਗ ਇਲੈਕਟੋਰੇਟਸ ਨਹੀਂ ਸੀ। ਤੇ ਇਸ ਦੀ ਮੰਗ ਕੀਤੀ ਡਾਕਟਰ BR ਅੰਬੇਡਕਰ ਨੇ। ਤੇ BR ਅੰਬੇਡਕਰ ਨੇ ਸੈਪਰੇਟ ਇਲੈਕਟੋਰੇਟ ਦੀ ਮੰਗ ਕੀਤੀ ਦਲਿਤਾਂ ਦੇ ਲਈ, ਪਰ MK ਗਾਂਧੀ ਇਸ ਦੇ ਸਖਤ ਖਿਲਾਫ ਸਨ। ਫਿਰ 1932 ਦੇ ਵਿੱਚ ਕਮਿਊਨਲ ਅਵਾਰਡ ਅਨਾਊਂਸ ਕੀਤਾ ਗਿਆ ਬ੍ਰਿਟਿਸ਼ ਗਵਰਨਮੈਂਟ ਦੇ ਦੁਆਰਾ। ਉਸ ਦੇ ਵਿੱਚ ਕਿਹਾ ਗਿਆ ਕਿ ਜੋ ਪਹਿਲਾਂ ਮਾਈਨੋਰਿਟੀਜ਼ ਲਈ ਸੈਪਰੇਟ ਇਲੈਕਟੋਰੇਟ ਸਨ ਉਹ ਉਸੇ ਤਰ੍ਹਾਂ ਰਹਿਣਗੇ, ਪਰ ਹੁਣ ਦਲਿਤਾਂ ਨੂੰ ਵੀ ਘੱਟ ਗਿਣਤੀਆਂ ਦੇ ਵਿੱਚ ਕੰਸੀਡਰ ਕੀਤਾ ਜਾਏਗਾ। ਪਰ ਗਾਂਧੀ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ, ਇਸੇ ਲਈ ਗਾਂਧੀ ਨੇ ਭੁੱਖ ਹੜਤਾਲ ਵੀ ਕੀਤੀ। ਇਸ ਲਈ ਫਿਰ BR ਅੰਬੇਡਕਰ ਤੇ ਗਾਂਧੀ ਦੇ ਵਿਚਕਾਰ ਇੱਕ ਸਮਝੌਤਾ ਹੋਇਆ, ਜਿਸ ਨੂੰ ਕਿਹਾ ਜਾਂਦਾ ਹੈ ਪੂਨਾ ਪੈਕਟ। ਇਹ ਇੱਕ ਤਰ੍ਹਾਂ ਦਾ ਕੰਪਰੋਮਾਈਜ਼ ਸੀ, ਦੋਵੇਂ ਆਪਣੀ ਆਪਣੀ ਜ਼ਿੱਦ ਤੋਂ ਥੋੜ੍ਹਾ ਜਿਹਾ ਪਿੱਛੇ ਹਟੇ, ਪਰ ਸੋਸ਼ਲ ਰਿਫਾਰਮਸ ਨੂੰ ਲੈ ਕੇ ਬਾਬਾ ਸਾਹਿਬ ਦਾ ਬਹੁਤ ਵੱਡਾ ਹੱਥ ਹੈ, ਤੇ ਇਸੇ ਲਈ ਉਹਨਾਂ ਨੇ ਦਸੰਬਰ 1927 ਦੇ ਵਿੱਚ ਮਨੂ ਸਮ੍ਰਿਤੀ ਨੂੰ ਵੀ ਪਬਲਿਕ ਦੇ ਵਿੱਚ ਖੜ ਕੇ ਜਲਾਇਆ। ਤੇ ਜੇ ਹੁਣ ਗੱਲ ਕਰੀਏ ਐਜ਼ ਅ ਲਾਅ ਮੇਕਰ, ਤਾਂ ਇੱਥੇ ਵੀ ਬਾਜ਼ੀ ਇਸੇ ਦਲਿਤ ਨੇ ਮਾਰੀ ਤੇ ਕੌਂਸਟੀਟਿਊਐਂਟ ਅਸੈਂਬਲੀ ਯਾਨੀ ਕਿ ਸੰਵਿਧਾਨਿਕ ਸਭਾ ਦੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਣੇ ਡਾਕਟਰ BR ਅੰਬੇਡਕਰ। ਸੋ ਕੌਂਸਟੀਟਿਊਸ਼ਨ ਦੀ ਡਰਾਫਟਿੰਗ ਦੀ ਸ਼ੁਰੂਆਤ ਅੰਬੇਡਕਰ ਜੀ ਨੇ 1948 'ਚ ਕੀਤੀ, ਤੇ ਨਵੰਬਰ 1949 'ਚ ਇਹ ਡਰਾਫਟ ਅਡੋਪਟ ਕੀਤਾ ਗਿਆ ਵਿਦ ਫਿਊ ਅਮੈਂਡਮੈਂਟਸ। ਦੁਨੀਆ ਦੇ ਸਭ ਤੋਂ ਲਾਰਜੈਸਟ ਸੰਵਿਧਾਨ ਵਿੱਚ ਸੋਸ਼ਲ ਜਸਟਿਸ ਨੂੰ ਇਨਸ਼ੋਰ ਕਰਨ ਦੇ ਲਈ SC ST ਦੇ ਬੈਕਵਰਡ ਕਲਾਸਿਸ ਲਈ ਸਪੈਸ਼ਲ ਪ੍ਰੋਵੀਜ਼ਨਸ ਦਾ ਬੰਦੋਬਸਤ ਵੀ ਕੀਤਾ ਗਿਆ। ਤੇ ਫਿਰ 24 ਮਈ 1956 ਨੂੰ ਬੁੱਧਾ ਜਯੰਤੀ ਦੇ ਸ਼ੁਭ ਅਵਸਰ 'ਤੇ ਬਾਬਾ ਸਾਹਿਬ ਨੇ ਬੰਬੇ ਦੇ ਵਿੱਚ ਡਿਕਲੇਅਰ ਕੀਤਾ ਕਿ ਮੈਂ ਬੁੱਧ ਧਰਮ ਅਡੋਪਟ ਕਰ ਰਿਹਾ ਹਾਂ। ਤੇ ਫਿਰ ਬਾਬਾ ਸਾਹਿਬ ਦੇ ਬਹੁਤ ਸਾਰੇ ਫੋਲੋਅਰਸ ਨੇ ਵੀ ਬੁੱਧਿਜ਼ਮ ਨੂੰ ਅਡੋਪਟ ਕੀਤਾ। ਤੇ ਫਿਰ 6 ਦਸੰਬਰ 1956 ਦੇ ਵਿੱਚ ਡਾਕਟਰ BR ਅੰਬੇਡਕਰ ਜੀ ਦੀ ਡੈਥ ਹੋ ਗਈ। ਪਰ ਜੇ ਅਸੀਂ ਅੱਜ ਦੇ ਹਾਲਾਤ ਵੇਖੀਏ ਤਾਂ ਯੂਥ ਦੇ ਡਿਸਟਰੈਕਸ਼ਨਸ ਦੇ ਬਹੁਤ ਸਾਰੇ ਆਧੁਨਿਕ ਕਾਰਨ ਨੇ, ਜਿਵੇਂ ਕਿ ਸਮਾਰਟਫੋਨਸ, ਸੋਸ਼ਲ ਮੀਡੀਆ, ਸਟ੍ਰੈਸ, ਆਲਸ ਤੇ ਪੜ੍ਹਨ ਦੀ ਇੱਛਾ ਦਾ ਹੀ ਨਾ ਹੋਣਾ। ਪਰ ਜੇ ਬਾਬਾ ਸਾਹਿਬ ਦੀ ਜੀਵਨੀ ਦੇਖੀਏ ਤਾਂ ਉਹ ਇੰਨੇ ਜ਼ਿਆਦਾ ਤਸੀਹੇ, ਹਿਊਮੀਲੇਸ਼ਨ, ਡਿਸਕ੍ਰਿਮੀਨੇਸ਼ਨ ਤੇ ਗਰੀਬੀ ਨੂੰ ਸਾਈਡ 'ਤੇ ਕਰਕੇ ਆਪਣੇ ਗੋਲ ਵੱਲ ਅੱਗੇ ਵਧਦੇ ਰਹੇ। ਈਵਨ ਉਹ 24 ਘੰਟਿਆਂ ਦੇ ਵਿੱਚੋਂ 20 ਘੰਟੇ ਪੜ੍ਹਨ ਨੂੰ ਦਿੰਦੇ ਸਨ ਤੇ 4 ਘੰਟੇ ਹੀ ਸੌਂਦੇ ਸਨ। ਸੋ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਨੂੰ ਵੱਡੇ ਵੱਡੇ ਜ਼ਿੰਦਗੀ ਦੇ ਤੂਫਾਨ ਵੀ ਡਿਸਟਰੈਕਟ ਨਹੀਂ ਕਰ ਪਾਏ। ਪਰ ਅੱਜ ਸਾਡੇ ਕੋਲ ਸਭ ਕੁਝ ਹੁੰਦੇ ਹੋਏ ਵੀ ਅਸੀਂ ਆਪਣੇ ਲਕਸ਼ ਨੂੰ ਪਾਉਣ ਦੀ ਚਾਹਨਾ ਨੂੰ ਖਤਮ ਕਰੀ ਬੈਠੇ ਹਾਂ, ਜਾਂ ਫਿਰ ਆਪਣੇ ਗੋਲਜ਼ ਨੂੰ ਅਚੀਵ ਕਰਨ ਲਈ ਮਿਹਨਤ ਹੀ ਨਹੀਂ ਕਰਦੇ। ਸੋ ਸਾਨੂੰ ਇਹਨਾਂ ਦੇ ਜੀਵਨ ਤੇ ਸੰਘਰਸ਼ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਵੇਂ ਅਸੀਂ ਆਪਣੇ ਮੁਕਾਮ ਨੂੰ ਹਾਸਿਲ ਕਰਨ ਲਈ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਪਾਰ ਕਰਨਾ ਹੈ।